ਪਿਆਰੇ ਦੋਸਤੋ, ਅੱਜ ਆਪਾਂ ਇੱਕ ਬਿਲਕੁਲ ਹੀ ਵੱਖਰੇ ਕਿਸਮ ਦੀ ਗੱਲ ਕਰਨੀ ਆ ਤੇ ਵੱਖਰੀ ਹੀ ਕਿਤਾਬ ਬਾਰੇ ਗੱਲ ਕਰਨੀ ਆ। ਇਹ ਮੇਰੇ ਪਿੱਛੇ ਇੱਕ ਜੱਗ ਪਿਆ ਹੈ। ਇਹ ਜੱਗ ਦੀ ਬੜੀ ਅਨੋਖੀ ਕਹਾਣੀ ਹੈ। ਇਸ ਜੱਗ ਦੀ ਜਿਹੜੀ ਕਹਾਣੀ ਹੈ, ਉਹ ਜੱਗ ਦੀ ਕਹਾਣੀ ਮੇਰੀ ਮਾਂ ਸੁਣਾਇਆ ਕਰਦੀ ਸੀ। ਇਹ ਜਿਹੜਾ ਜੱਗ ਆ, ਇਹ ਬੜਾ ਮਹੱਤਵਪੂਰਨ ਜੱਗ ਆ ਸਾਡੇ ਘਰ ਲਈ। ਕਿਵੇਂ ਮਹੱਤਵਪੂਰਨ? ਇਹ ਜੱਗ ਕਰਾਚੀ ਤੋਂ ਆਇਆ ਸੀ। ਕਰਾਚੀ ਤੋਂ, ਪਾਰਟੀਸ਼ਨ ਤੋਂ ਪਹਿਲਾਂ, ਦੇਸ਼ ਵੰਡ ਤੋਂ ਪਹਿਲਾਂ, ਜਿੱਥੇ ਮੇਰਾ ਬਾਪ ਅੰਗਰੇਜ਼ ਹਵਾਈ ਅੱਡੇ 'ਤੇ ਸਰਵਿਸ ਕਰਦਾ ਸੀ। ਮੇਰੀ ਮਾਂ ਦੀਆਂ ਬਹੁਤ ਯਾਦਾਂ ਜੁੜੀਆਂ ਕਰਾਚੀ ਨਾਲ ਅਤੇ ਇਸ ਜੱਗ ਨਾਲ। ਮੇਰੀ ਮਾਂ ਇਸ ਨੂੰ ਸ੍ਰਿਸ਼ਟੀ ਦੀ ਚੀਜ਼ ਆਖਦੀ ਸੀ। ਸ੍ਰਿਸ਼ਟੀ ਤੋਂ ਭਾਵ ਅਸੀਂ ਸੰਸਾਰ ਲੈਂਦੇ ਹਾਂ, ਦੁਨੀਆ ਲੈਂਦੇ ਹਾਂ, ਪਰ ਉਸ ਦਾ ਸ੍ਰਿਸ਼ਟੀ ਤੋਂ ਭਾਵ ਹੁੰਦਾ ਸੀ ਇਤਿਹਾਸਕ ਮਹੱਤਤਾ ਵਾਲੀ, ਵਿਰਸੇ ਦੀ ਇਤਿਹਾਸਕ ਮਹੱਤਤਾ ਵਾਲੀ ਕੋਈ ਵਸਤ। ਸਾਡੇ ਘਰ ਬਹੁਤ ਸ੍ਰਿਸ਼ਟੀ ਦੀਆਂ ਚੀਜ਼ਾਂ ਸੀ, ਜਿਵੇਂ ਪੁਰਾਣਾ ਫਰਨੀਚਰ, ਆਰਾਮ ਕੁਰਸੀਆਂ, ਸਪਰਿੰਗਾਂ ਵਾਲਾ, ਢੋਆਂ ਵਾਲਾ ਵੱਡਾ ਪਲੰਘ, ਰੀਡਿੰਗ ਟੇਬਲ, ਔਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਭਾਂਡੇ। ਪਰ ਉਹਨਾਂ ਵਿੱਚੋਂ ਇਹ ਭਾਂਡਾ ਜੱਗ ਸਭ ਤੋਂ ਵਿਲੱਖਣ ਸੀ। ਇਹ ਜੱਗ ਅੱਜ ਸਾਨੂੰ ਪਤਾ ਹੈ ਕਿ ਸਟੀਲ ਦਾ ਬਣਿਆ ਹੋਇਆ ਹੈ, ਪਰ ਮੇਰੀ ਮਾਂ ਨੇ ਇਸ ਨੂੰ ਕਦੇ ਸਟੀਲ ਦਾ ਨਹੀਂ ਕਿਹਾ ਸੀ। ਉਹਨੇ ਕਹਿੰਦੀ ਹੁੰਦੀ ਸੀ ਜਹਾਜ਼ਾਂ ਵਾਲੀ ਧਾਤ ਦਾ ਬਣਿਆ ਹੋਇਆ। ਇੱਕ ਪੀਸ, ਇਹਦੇ ਵਿੱਚ ਨਾ ਕੋਈ ਰਿਪਟਾ, ਨਾ ਇਹਦਾ ਕੋਈ ਕਿਹਾ ਜਾ ਸਕਦਾ ਕਿ ਕਿਤੇ ਵੈਲਡਿੰਗ ਕੀਤੀ ਹੋਈ ਹੈ। ਇੰਨਾ ਪੁਰਾਣਾ ਅਤੇ ਵਿਰਾਸਤ ਦੇ ਵਿੱਚ ਭਾਂਡਿਆਂ ਦੇ ਨਾਂ 'ਤੇ ਮੈਂ ਮਾਂ ਦੇ ਭਾਂਡਿਆਂ 'ਚੋਂ ਇਹ ਜੱਗ ਚੱਕ ਲਿਆ। ਹੁਣ ਇਹ ਜੱਗ ਯਾਦਾਂ ਨੇ। ਇਹ ਜੱਗ ਦੀਆਂ ਬਚਪਨ ਨਾਲ ਜੁੜੀਆਂ ਖਾਸੀਅਤਾਂ। ਇਹਦੇ ਵਿੱਚ ਸਕੰਜਵੀ ਬਣਦੀ ਸੀ। ਜਦੋਂ ਵਿੱਚ ਬਰਫ਼ ਦਾ ਡਲਾ ਪਾ ਦਿੰਦੇ ਸੀ ਤਾਂ ਪਾਣੀ ਬਾਹਰਲੇ ਪਾਸੇ ਆ ਜਾਂਦਾ ਸੀ। ਅਸੀਂ ਇਹਨੂੰ ਜਾਦੂਮਈ ਸਮਝਦੇ ਸੀ ਕਿ ਕੀ ਜਾਦੂ ਅੱਜ ਜੱਗ ਦੇ ਵਿੱਚ। ਹੁਣ ਤੁਸੀਂ ਕਹੋਗੇ ਕਿ ਕਿਹੋ ਜਿਹੀਆਂ ਗੱਲਾਂ ਨੇ, ਪਿੱਛੇ ਕਿਤਾਬਾਂ ਨੇ, ਕਿਤਾਬਾਂ ਬਾਰੇ ਅਕਸਰ ਰਿਵਿਊ ਕਰਦੇ ਰਹਿੰਦੇ ਨੇ। ਅੱਜ ਇਹ ਕੀ ਜੱਗ ਦੀਆਂ ਗੱਲਾਂ, ਵੰਡ ਦੀਆਂ ਗੱਲਾਂ, ਇਹ ਕੀ ਗੱਲਾਂ ਨੇ? ਅਸਲ ਵਿੱਚ ਇਹ ਜਿਹੜੀ ਵਿਧੀ ਹੈ ਨਾ, ਇਹ ਮੇਰੀ ਵਿਧੀ ਨਹੀਂ। ਇਹ ਵਿਧੀ ਮੈਨੂੰ ਸਿਖਾਈ ਆ। ਕਿਹਨੇ ਸਿਖਾਈ ਹੈ? ਇੱਥੇ ਮੇਰੇ ਕੋਲ ਇੱਕ ਕਿਤਾਬ ਪਈ ਹੈ। ਇਹ ਕਿਤਾਬ ਹੈਗੀ ਆ ਬਟਵਾਰੇ ਦੀ ਕਹਾਣੀ, ਵਸਤਾਂ ਦੀ ਜ਼ੁਬਾਨੀ। ਕਿਹਨੇ ਲਿਖੀ ਆ? ਅੰਚਲ ਮਲਹੋਤਰਾ ਨੇ ਕਹਾਣੀ ਲਿਖੀ ਹੈ। ਅਤੇ ਅੰਚਲ ਮਲਹੋਤਰਾ ਜਿਸ ਨੇ ਟੋਰਾਂਟੋ ਦੇ ਕਾਲਜ ਤੋਂ ਫਾਈਨ ਆਰਟਸ ਵਿੱਚ ਬੈਚਲਰ ਕੀਤੀ, ਬਾਅਦ ਦੇ ਵਿੱਚ ਉਸਨੇ ਮੌਂਟਰੀਅਲ ਦੇ ਯੂਨੀਵਰਸਿਟੀ ਦੇ ਵਿੱਚੋਂ ਮਾਸਟਰ ਕੀਤੀ। ਇਸ ਵਿਸ਼ੇ 'ਤੇ ਖੋਜ ਕੀਤੀ। ਤਾਂ ਉਹ ਜਿਹੜੀ ਉਹਦੀ ਖੋਜ ਆ, ਜਿਹੜਾ ਉਹਦਾ ਖੋਜ ਦਾ ਵਿਸ਼ਾ ਵੀ ਬੜਾ ਦਿਲਚਸਪ ਹੈ। ਅਤੇ ਖੋਜ ਦਾ ਉਹਦਾ ਢੰਗ ਕੀ ਹੈਗਾ ਕਿ ਵਸਤਾਂ ਦੇ ਰਾਹੀਂ ਇਤਿਹਾਸ ਦੀ ਪੁਨਰ ਸਿਰਜਣਾ ਕਰਨੀ। ਅਸੀਂ ਇਤਿਹਾਸ ਨੂੰ ਵਿਅਕਤੀਆਂ ਦੇ ਨਾਲ, ਮਿਤੀਆਂ ਦੇ ਨਾਲ ਜਾਣਦੇ ਹਾਂ, ਪਰ ਜਿਹੜੀ ਵਿਧੀ ਅੰਚਲ ਮਲਹੋਤਰਾ ਦੀ ਹੈ, ਉਹ ਥੋੜ੍ਹੀ ਜਿਹੀ ਵੱਖਰੀ ਵਿਧੀ ਹੈ। ਉਹ ਵਿਧੀ ਹੈ ਕਿ ਜਿਹੜੀਆਂ ਵਸਤਾਂ ਹੁੰਦੀਆਂ, ਇਹ ਕੇਵਲ ਵਸਤਾਂ ਨਹੀਂ ਹੁੰਦੀਆਂ। ਇਹਨਾਂ ਦਾ ਵੀ ਇੱਕ ਇਤਿਹਾਸ ਹੁੰਦਾ। ਇਹਨਾਂ ਨਾਲ ਵੀ ਯਾਦਾਂ ਜੁੜੀਆਂ ਹੁੰਦੀਆਂ। ਇਹਨਾਂ ਨਾਲ ਵੀ ਸੱਚ ਜੁੜਿਆ ਹੁੰਦਾ। ਅਤੇ ਉਸ ਸੱਚ ਦੀ ਤਲਾਸ਼ ਵਿੱਚ ਉਹ ਜਾਂਦੀ ਹੈ। ਉਹ ਸੱਚ ਦੀ ਤਲਾਸ਼ ਦਾ ਜਿਹੜਾ ਉਹਦਾ ਢੰਗ ਆ, ਇਹ ਕਿਤਾਬ ਪੰਜਾਬੀ ਦੇ ਵਿੱਚ ਅਨੁਵਾਦ ਹੋ ਚੁੱਕੀ ਹੈ। ਮੁੱਢਲੇ ਤੌਰ 'ਤੇ ਇਹ ਅੰਗਰੇਜ਼ੀ ਦੇ ਵਿੱਚ ਛਪੀ ਕਿਤਾਬ ਹੈ। ਇਸ ਕਿਤਾਬ ਦੇ ਵਿੱਚ ਇਤਿਹਾਸ, ਇਸ ਕਿਤਾਬ ਦੇ ਵਿੱਚ ਕਹਾਣੀਆਂ ਨੇ, ਗਲਪ ਆ, ਔਰ ਇੱਕ ਤਰ੍ਹਾਂ ਦੀਆਂ ਇਸ ਕਿਤਾਬ ਦੇ ਵਿੱਚ ਯਾਦਾਂ ਨੇ। ਬਹੁਤ ਸਾਰੇ ਲੋਕ ਜਦੋਂ ਪਾਕਿਸਤਾਨ ਤੋਂ ਆਏ
ਤਾਂ ਉਹ ਆਪਣੇ ਨਾਲ ਬਹੁਤਾ ਕੁਝ ਨਹੀਂ ਲੈ ਕੇ ਆ ਸਕੇ। ਤੇ ਜਿਹੜੇ ਬੰਦੇ ਭਾਰਤ ਦੇ ਵਿੱਚੋਂ ਉੱਜੜ ਕੇ ਪਾਕਿਸਤਾਨ ਗਏ ਉਹ ਵੀ ਬਹੁਤਾ ਕੁਝ ਨਹੀਂ ਲਿਜਾ ਸਕੇ। ਪਰ ਜੋ ਕੁਝ ਲਿਜਾ ਸਕੇ ਉਹਦੇ ਵਿੱਚ ਕੀ ਕੁਝ ਹੈ? ਇਹਦੇ ਵਿੱਚ ਬਹੁਤ ਕੁਝ ਹੈ। ਕਿਹੋ ਜਿਹਾ? ਮੈਂ ਸਿਰਫ ਥੋੜ੍ਹੀ ਜਿਹੀ ਲਿਸਟ ਦੱਸਦਾ ਕਿ ਇਹਦੇ ਵਿੱਚ ਕੀ ਕੁਝ ਹੈ। ਇਸ ਦੇ ਵਿੱਚ ਕੱਪੜੇ ਨੂੰ ਮਾਪਣ ਵਾਲਾ ਗਜ, ਘੜਾ ਹੈ, ਮੋਤੀ ਨੇ, ਭਾਂਡੇ ਨੇ, ਟਿੱਕਾ ਹੈ, ਬਾਗ, ਤਸਵੀਰਾਂ, ਪੱਥਰ ਨੇ, ਛਾਲ ਨੇ, ਹਮਾਮ ਦਸਤਾ ਹੈ, ਪੁਸਤਕਾਂ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਆ, ਸਰਟੀਫਿਕੇਟ ਨੇ, ਬਹੁਤ ਕੁਝ ਆ। ਅਸਲ ਵਿੱਚ ਇਹ ਸਾਰਾ ਕੁਝ ਇੱਕੋ ਪਰਿਵਾਰ ਕੋਲੇ ਨਹੀਂ ਹੈ। ਇਹ ਕਿਸੇ ਪਰਿਵਾਰ ਕੋਲੇ ਕੁਝ ਹੈ ਅਤੇ ਕਿਸੇ ਪਰਿਵਾਰ ਕੋਲੇ ਕੁਝ ਹੈ। ਉਹ ਪਰਿਵਾਰ ਦੀਆਂ ਪੁਰਾਣੀਆਂ ਵਸਤਾਂ, ਜਿਹੜੇ ਬੰਦੇ ਭਾਰਤ ਤੋਂ ਪਾਕਿਸਤਾਨ ਗਏ ਅਤੇ ਪਾਕਿਸਤਾਨ ਤੋਂ ਜਿਹੜੇ ਭਾਰਤ ਆਏ, ਉਹਨਾਂ ਘਰਾਂ ਵਿੱਚ ਜਾਂਦੀ ਆ, ਪੁਰਾਣੀਆਂ ਵਸਤਾਂ ਨੂੰ ਦੇਖਦੀ ਆ ਅਤੇ ਉਹਨਾਂ ਵਸਤਾਂ ਤੋਂ ਫਿਰ ਉਹ ਉਸ ਦਾ ਇਤਿਹਾਸ ਪੁੱਛਦੀ ਆ। ਅਤੇ ਉਹ ਇਤਿਹਾਸ ਵਸਤਾਂ ਦਾ ਇਤਿਹਾਸ ਨਹੀਂ ਹੁੰਦਾ, ਉਹ ਵਰਤਾਰਿਆਂ ਦਾ ਇਤਿਹਾਸ ਹੁੰਦਾ ਹੈ, ਮਨੁੱਖ ਦਾ ਇਤਿਹਾਸ ਆ, ਉਹਨਾਂ ਦੇ ਦੁੱਖਾਂ, ਦਰਦਾਂ ਅਤੇ ਉਹਨਾਂ ਦੇ ਸੰਘਰਸ਼ਾਂ ਦਾ, ਅਤੇ ਉਹਨਾਂ ਸੰਘਰਸ਼ਾਂ ਤੋਂ ਪਾਰ ਲੰਘਣ ਦਾ ਇਤਿਹਾਸ ਹੈ। ਉਹ ਜਦੋਂ ਆਪਣੇ ਹੀ ਘਰ ਦੀ ਗੱਲ ਸੁਣਾਉਂਦੀ ਹੈ, ਕਿਵੇਂ ਉਹ ਇੱਕ ਭਾਂਡੇ ਤੋਂ ਗੱਲ ਸ਼ੁਰੂ ਕਰਦੀ ਹੈ, ਕਿਵੇਂ ਉਹ ਕੰਗਣੀ ਵਾਲੇ ਗਲਾਸ ਤੋਂ ਗੱਲ ਸ਼ੁਰੂ ਕਰਦੀ ਹੈ, ਅਤੇ ਫਿਰ ਉਹ ਕੰਗਣੀ ਵਾਲੇ ਗਲਾਸ ਦੇ ਨਾਲ ਜੁੜ ਜਾਂਦਾ ਹੈ। ਅੰਚਲ ਮਲਹੋਤਰਾ ਜਿਹੜੀ ਉਹ ਬਹੁਤ ਹੀ ਮਸ਼ਹੂਰ ਦਿੱਲੀ ਦੀ ਜਿਹੜੀ ਬਾਹਰੀ ਸੰਜ਼, ਬਾਹਰੀ ਜਿਹੜੀਆਂ ਕਿਤਾਬਾਂ ਦੀ ਦੁਕਾਨ ਵਾਲੇ ਨੇ, ਉਹਨਾਂ ਦੀ ਪੋਤਰੀ ਆ ਬਲਰਾਜ ਬਾਹਰੀ ਦੀ। ਉਹ ਫਿਰ ਕਹਾਣੀ ਸੁਣਾਉਂਦੀ ਹੈ, ਕਿਹਦੇ ਮੂੰਹੋਂ? ਆਪਣੇ ਦਾਦਾ ਜੀ ਦੇ ਮੂੰਹੋਂ। ਕੰਗਣੀ ਵਾਲਾ ਗਲਾਸ ਕੀ ਸੀ, ਕਿਵੇਂ ਵੰਡ ਸਮੇਂ ਕੈਂਪਾਂ ਦੇ ਵਿੱਚ ਜਦੋਂ ਆਉਣਾ ਪਿਆ ਅਤੇ ਉਦੋਂ ਕਿਵੇਂ ਬਾਕੀ ਭਾਂਡੇ ਨਹੀਂ ਚੱਕੇ ਜਾ ਸਕੇ, ਬਹੁਤਾ ਬਾਕੀ ਸਮਾਨ ਨਹੀਂ ਚੱਕਿਆ ਜਾ ਸਕਿਆ, ਸਿਰਫ ਕੁਝ ਭਾਂਡੇ ਖਾਣਾ ਬਣਾਉਣ ਲਈ ਜਾਂ ਰਸਤੇ 'ਚ ਪਾਣੀ ਪੀਣ ਲਈ ਚੱਕੇ। ਉਹਨਾਂ ਵਿੱਚੋਂ ਕੰਗਣੀ ਵਾਲਾ ਗਲਾਸ ਵੀ ਹੈ। ਤਾਂ ਫਿਰ ਦੁਸ਼ਵਾਰੀਆਂ ਦਾ ਉਹ ਵਰਣਨ ਆ ਉਹਨਾਂ ਦੇ ਮੂੰਹੋਂ ਕਿ ਕਿਵੇਂ ਉਹ ਖਾਣਾ ਖਾਣਾ ਪਿਆ ਜਿਹੜਾ ਮੈਂ ਕਿ ਕਦੇ ਉਹਨਾਂ ਨੇ ਨਹੀਂ ਖਾਧਾ ਸੀ, ਪਰ ਉਸ ਸਮੇਂ ਭੁੱਖ ਮਿਟਾਉਣ ਲਈ ਉਹ ਜ਼ਰੂਰੀ ਸੀ। ਕਿਸ ਤਰ੍ਹਾਂ ਗੱਡੀਆਂ ਦੇ ਵਿੱਚ ਬੰਦੇ ਲੱਦੇ ਗਏ, ਕਿਵੇਂ ਜਦੋਂ ਗੱਡੀਆਂ ਦੇ ਵਿੱਚ ਚੜ੍ਹਨ ਦੇ ਲਈ ਕਾਹਲ ਮੱਚਦੀ ਹੈ, ਕਿਵੇਂ ਗੱਡੀ ਚੜ੍ਹਿਆਂ ਦੇ ਵਿੱਚੋਂ ਉਸ 'ਤੇ ਬਾਪ ਨੂੰ ਉਤਾਰ ਲਿਆ ਜਾਂਦਾ ਹੈ ਕਿ ਉਹ ਬੈਂਕ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਬੈਂਕ ਦਾ ਕੰਮ ਬਾਕੀ ਬੰਦਿਆਂ ਨੂੰ ਸਿਖਾ ਕੇ ਜਾਓ, ਨਹੀਂ ਤਾਂ ਸਾਰਾ ਪਰਿਵਾਰ ਰਹਿ ਪਓ, ਨਹੀਂ ਅਸੀਂ ਜ਼ਬਰਦਸਤੀ ਲਾ ਲੈਣਾ। ਕਿਵੇਂ ਪਰਿਵਾਰ ਵਿਛੋੜੇ ਪੈਂਦੇ ਆ, ਕਿਵੇਂ ਕੈਂਪਾਂ ਦੇ ਵਿੱਚ ਬੰਦੇ ਰੁਲਦੇ ਨੇ, ਕਿਵੇਂ ਰੋਟੀ ਨੂੰ ਤਰਸਦੇ ਨੇ, ਕਿਵੇਂ ਫਿਰ ਸੰਘਰਸ਼ ਕਰਦੇ ਨੇ, ਕਿਵੇਂ ਕੁਲੀਗਿਰੀ ਦਾ ਕੰਮ ਕਰਦੇ ਨੇ। ਤਾਂ ਇੱਕ ਲੰਮਾ ਇਤਿਹਾਸ ਬਣਦਾ ਹੈ। ਇਹ ਜਿਹੜੀ ਵਿਧੀ ਹੈ, ਇਹ ਵਿਧੀ ਕਿ ਕਿਵੇਂ ਇੱਕ ਜਿਹੜਾ ਗੱਜ ਕੱਪੜੇ ਮਾਪਣ ਵਾਲਾ, ਇੱਕ ਘੜਾ ਹੈ, ਉਹ ਵੀ ਇੱਕ ਆਪਦੀ ਕਹਾਣੀ ਰੱਖਦਾ। ਕਿਵੇਂ ਜਿਹੜਾ ਮੋਤੀ ਨੇ, ਕਿਤੋਂ ਗਿਫਟ ਵਜੋਂ ਮਿਲੇ ਮੋਤੀ, ਉਹ ਕਿਵੇਂ ਫਿਰ ਇੱਕ ਕਹਾਣੀ ਬਣ ਜਾਂਦੇ ਨੇ, ਕਿਵੇਂ ਤਸਵੀਰਾਂ ਕਹਾਣੀ ਬਣ ਜਾਂਦੀਆਂ ਨੇ। ਅਸਲ ਦੇ ਵਿੱਚ ਤਾਂ ਇਹ ਇੱਕ ਨਿਵੇਕਲੀ ਵਿਧੀ ਹੈ ਅਤੇ ਇਹ ਵਿਧੀ ਜੁੜਦੀ ਹੈਗੀ ਆ ਇੱਕ ਪਾਸੇ ਓਰਲ ਹਿਸਟਰੀ ਨਾਲ ਅਤੇ ਦੂਸਰੇ ਪਾਸੇ ਜੁੜਦੀ ਹੈਗੀ ਆ ਭੌਤਿਕ ਮਟੀਰੀਅਲਿਸਟਿਕ ਵਸਤਾਂ ਨਾਲ, ਮਟੀਰੀਅਲਿਸਟਿਕ ਥਿੰਗਸ ਨਾਲ, ਕਿ ਜਿਹੜੀਆਂ ਮਟੀਰੀਅਲਿਸਟਿਕ ਥਿੰਗਸ ਉਹਨਾਂ ਦੇ ਨਾਲ ਕੋਈ ਨਾ ਕੋਈ ਯਾਦ ਜੁੜੀ ਹੁੰਦੀ ਹੈ। ਅਤੇ ਉਹਨਾਂ ਯਾਦਾਂ ਦੇ ਦੁਆਲੇ ਦੇ ਰਾਹੀਂ ਸਾਨੂੰ ਉਹ ਵੰਡ ਦੀਆਂ ਕਹਾਣੀਆਂ ਸੁਣਾਉਂਦੇ, ਸਿਰਫ ਇੱਧਰ ਦੀਆਂ ਹੀ ਨਹੀਂ ਉੱਧਰ ਦੀਆਂ ਵੀ। ਮੈਂ ਉਹ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੁੰਦਾ ਤੁਹਾਨੂੰ, ਸਿਰਫ ਇੰਨੀ ਬੇਨਤੀ ਕਰਦਾ ਕਿ ਇਸ ਪੁਸਤਕ ਨੂੰ ਇੱਕ ਵਾਰ ਪੜ੍ਹ ਲਓ, ਤੁਸੀਂ ਆਪਣੀਆਂ ਵਿਰਾਸਤੀ ਵਸਤਾਂ ਵੱਲ ਤੁਹਾਡਾ ਦ੍ਰਿਸ਼ਟੀਕੋਣ ਬਦਲ ਜਾਵੇ।